सत श्री अकाल दोस्तों, वेलकम टू डोर स्टैप एजुकेशन पॉइंट। अज दी वीडियो विच अंग्रेजी पैडागोजी दे कुछ प्रश्नों नूं डिस्कस करन जा रही हाँ। ये वीडियो तुहाडे PS टेट एग्जाम लई काफ़ी इंपॉर्टेंट है। पेपर 1 और 2 की तैयारी कर रहे स्टूडेंट्स इन्हां वीडियोज़ नूं देख सकते हैं। एंड दोस्तों, इस सैशन की PDF नूं प्राप्त करने के लिए अपना टैलीग्राम चैनल ज्वाइन कर लो, डोर स्टैप एजुकेशन पॉइंट। शुरुआत करते हैं अज दे अपने पहले प्रश्न तो। पहला प्रश्न तुहाडे तो पूछ रहा, विच ऑफ द फॉलोइंग इज़ नॉट अ फंडामेंटल प्रिंसिपल ऑफ लैंग्वेज टीचिंग। भाव यह कि इत्थे तीन चीज़ां इहो जिहियां होणगीਆਂ ਜਿਹੜੀਆਂ कि रिलेटिड होणगीਆਂ फंडामेंटल प्रिंसिपल ऑफ लैंग्वेज टीचिंग ਦੇ ਨਾਲ, ਤੇ ਇੱਕ ਜਿਹੜੀ ਲਾਈਨ ਹੋਏਗੀ ਜੀ, ਇੱਕ ਸ਼ਬਦ ਹੋਏਗਾ ਉਹ ਬਿਲਕੁਲ ਅਲੱਗ ਹੋਏਗਾ। ਸੋ ਤੁਸੀਂ ਉਹਦੇ ਬਾਰੇ ਦੱਸਣਾ ਆ। लैंग्वेज टीचिंग की गल की जा रही है। प्रैक्टिस एंड ड्रिल आऊगा नैचुरल ऑर्डर ऑफ लर्निंग, सिलैक्शन एंड ग्रेडेशन या फिर समैटिव असैसमेंट। सही जवाब की गल करूँगा। मेरे सही जवाब देने तो पहला तुसी कमेंट कर दिओ सही जवाब बनेगा की। सो इत्थे जिहड़ा तुहाडा सही जवाब बनेगा जी ऑप्शन नंबर डी, क्योंकि समैटिव असैसमेंट का कोई लेना देना है नहींगा। समैटिव असैसमेंट तो एक तरह का मुलांकन है जिहड़ा कि आपां टीचर करते हैगे आ बच्चों का, तां जो बच्चों ਦੇ एंड ऑफ द ਸਮੈਸਟਰ ਵਿੱਚ ਆਪਾਂ ਉਹਨੂੰ ਅਗਲੀ ਕਲਾਸ ਵਿੱਚ ਭੇਜ ਸਕੀਏ। ਸੋ ਆਪਸ਼ਨ ਨੰਬਰ ਡੀ ਜਵਾਬ ਤੁਹਾਡਾ ਸਹੀ ਹੋਏਗਾ। ਪ੍ਰੈਕਟਿਸ ਐਂਡ ਡਰਿਲ, ਨੈਚੁਰਲ ਆਰਡਰ ਆਫ ਲਰਨਿੰਗ, ਸਿਲੈਕਸ਼ਨ ਐਂਡ ਗ੍ਰੇਡੇਸ਼ਨ, ਇਹ ਤਿੰਨੇ ਪਾਰਟ ਨੇ ਜੀ ਫੰਡਾਮੈਂਟਲ ਪ੍ਰਿੰਸੀਪਲ ਆਫ ਲੈਂਗੁਏਜ ਟੀਚਿੰਗ ਦੇ। ਡੀ ਜਵਾਬ ਟਿਕ ਕਰਨ ਤੋਂ ਬਾਅਦ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਇੱਥੇ ਪੁੱਛਿਆ ਜਾ ਰਿਹਾ ਕਰੈਕਟ ਸਟੇਟਮੈਂਟ ਕਿਹੜੀ ਹੈ। ਮਤਲਬ ਇਹ ਕਿ ਤਿੰਨ ਸਟੇਟਮੈਂਟ ਇੱਥੇ ਗਲਤ ਹੋਣਗੀਆਂ। ਜਿਹੜੀਆਂ ਗਲਤ ਹੋਣਗੀਆਂ ਉਹਨਾਂ ਨੂੰ ਐਲੀਮੀਨੇਟ ਕਰ ਦਿਓ। ਪਹਿਲੀ ਆਪਸ਼ਨ ਵਿੱਚ ਲਿਖਿਆ ਹੋਇਆ ट्रांसक्रिप्शन इज़ अ फॉर्म इन विच अ स्पीच साउंड इज़ रिप्रजेंटेड। ट्रांसक्रिप्शन है कि जी ये लिखती रूप हुंदा आ, मतलब कि ये लिखती रूप हैगा आ जिहदे विच जिहड़ी स्पीच साउंड हैगी आ जिहनूं आपां रिप्रजेंट करदे आ। जां फिर फोनैटिक्स इज़ द स्टडी ऑफ मीनिंग्स। तुहानूं की लगदा फोनैटिक्स की मीनिंग की स्टडी करदा आ, ते फिर मॉर्फोलॉजी की हुंदा आ। उस तो बाद वेखो सी पैसिव वोकैबलरी रैफरस टू वर्ड्स यूज्ड बट नॉट फुली अंडरस्टैंड। कि पैसिव वोकैबलरी वो वोकैबलरी हुंदी आ जिन्हां नूं तुसीं चंगे तरीके नाल नहीं समझ पाउंदे। ਤੇ ਡੀ 'ਚ ਲਿਖਿਆ ਹੋਇਆ ਸਕੀਮਿੰਗ ਇਜ਼ ਦਾ ਟੈਕਨੀਕ ਟੂ ਲਰਨ ਡਿਫੀਕਲਟ ਵਰਡ। ਹੁਣੇ ਆਪਾਂ ਰੀਸੈਂਟਲੀ ਕੋਈ ਕਲਾਸਿਸ ਲਗਾਈਆਂ ਸੀਗੀਆਂ, ਉਹਨਾਂ ਕਲਾਸਿਸ ਦੇ ਵਿੱਚ ਸਕੀਮਿੰਗ ਬਾਰੇ ਮੈਂ ਦੱਸਿਆ ਸੀਗਾ ਵੀ ਜਰਨਲ ਆਪਾਂ ਆਈਡੀਆ ਲੈਣਾ ਹੋਵੇ, ਜਰਨਲ ਓਵਰਵਿਊ ਲੈਣਾ ਹੋਵੇ, ਉਹਦੇ ਲਈ ਆਪਾਂ ਸਕੀਮਿੰਗ ਦੀ ਵਰਤੋਂ ਕਰਦੇ ਹਾਂ, ਨਾ ਕਿ ਡਿਫੀਕਲਟ ਵਰਡ ਸਮਝਣ ਦੇ ਵਿੱਚ। ਸੋ ਆਪਸ਼ਨ ਨੰਬਰ ਡੀ ਨੂੰ ਕਰੋਗੇ ਐਲੀਮੀਨੇਟ। ਪਾਸਿਵ ਵੋਕੈਬਲਰੀ, ਤੁਸੀਂ ਵਰਡ ਦੇ ਮੀਨਿੰਗ ਦਾ ਤਾਂ ਤੁਹਾਨੂੰ ਪਤਾ ਹੁੰਦਾ ਆ, ਬਟ ਤੁਸੀਂ ਉਹਨਾਂ ਵਰਡਸ ਦੀ ਵਰਤੋਂ ਘੱਟ ਕਰਦੇ ਹੋ। ਸੋ ਇਹਨੂੰ ਤੁਸੀਂ ਪੈਸਿਵ ਵੋਕੈਬਲਰੀ ਕਹਿੰਦੇ ਹੋ। ਮਤਲਬ ਇਹ ਗੱਲ ਗਲਤ ਲਿਖੀ ਹੋਈ ਹੈ। ਫੋਨੈਟਿਕਸ ਜਿਹੜੀ ਹੈਗੀ ਹੈ ਇਹ ਸਾਊਂਡ ਦੀ ਸਟੱਡੀ ਕਰਦੀ ਹੈ, ਨਾ ਕਿ ਮੀਨਿੰਗ ਦੀ। ਸੋ ਆਪਸ਼ਨ ਨੰਬਰ ਬੀ ਵੀ ਗਲਤ ਹੋ ਗਿਆ। ਤੇ ਇਹ ਜਵਾਬ ਸਹੀ ਲਿਖਿਆ ਹੋਇਆ ਜੀ ਕਿ ਟ੍ਰਾਂਸਕ੍ਰਿਪਸ਼ਨ ਇਜ਼ ਅ ਫਾਰਮ ਇਨ ਵਿਚ ਅ ਸਪੀਡ ਸਾਊਂਡ ਇਜ਼ ਰਿਪਰੈਜ਼ੈਂਟਡ। ਆਪਸ਼ਨ ਨੰਬਰ ਏ ਜਵਾਬ ਸਹੀ ਹੈ। ਤੇ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਟੈਕਸਟ ਬੁੱਕ ਕੀ ਹੈ ਜੀ? ਈਜ਼ੀ ਟੂ ਪ੍ਰਿਪੇਅਰ ਐਂਡ ਇੰਸਟਰਕਸ਼ਨਲ ਮਟੀਰੀਅਲ, ਪ੍ਰੈਜ਼ੈਂਟੇਬਲ ਐਂਡ ਅਟਰੈਕਟਿਵ, ਟਾਈਟਲੀ ਆਰਗੇਨਾਈਜ਼ਡ। ਸੋ ਟੈਕਸਟ ਬੁੱਕ ਕੀ ਹੈ ਜੀ? ਇਹਦੇ ਵਿੱਚ ਕਹਿ ਲਓ ਕਿ ਇਜ਼ ਨੋਟ, ਮਤਲਬ ਕਿ ਇੱਥੇ ਪਹਿਲਾਂ ਤਾਂ ਆਪਾਂ ਵੇਖ ਲੈਂਦੇ ਹਾਂ ਟੈਕਸਟ ਬੁੱਕ ਹੁੰਦੀ ਕੀ ਹੈ। ਠੀਕ ਹੈ ਜੀ, ਇੰਸਟਰਕਸ਼ਨਲ ਮਟੀਰੀਅਲ ਹੁੰਦੀ ਆ, ਟਾਈਟਲੀ ਆਰਗੇਨਾਈਜ਼ਡ ਹੁੰਦੀ ਹੈ, ਪ੍ਰੈਜ਼ੈਂਟੇਬਲ ਐਂਡ ਅਟਰੈਕਟਿਵ ਵੀ ਹੁੰਦੀ ਹੈ, ਬਟ ਈਜ਼ੀ ਟੂ ਪ੍ਰਿਪੇਅਰ ਨਹੀਂ ਹੁੰਦੀ। ਕਾਫੀ ਸਾਰੇ ਮਨੋਵਿਗਿਆਨੀ ਲੱਗਦੇ ਹੈਗੇ ਆ, ਸਕੋਲਰ ਲੱਗਦੇ ਹੈਗੇ ਆ, ਕੰਟੈਂਟ ਵੇਖਿਆ ਜਾਂਦਾ, ਦੇਖਿਆ ਜਾਂਦਾ ਕਿ ਜਿਹੜੀ ਟੈਕਸਟ ਬੁੱਕ ਛਾਪੀ ਜਾ ਰਹੀ ਹੈ ਬੱਚਿਆਂ ਦੇ ਲੈਵਲ ਦੇ ਅਨੁਕੂਲ ਹੈਗੀ ਆ। ਸੋ ਸਾਰੀਆਂ ਚੀਜ਼ਾਂ ਕੰਸੀਡਰ ਕਰਨ ਤੋਂ ਬਾਅਦ ਆਪਾਂ ਫਿਰ ਟੈਕਸਟ ਬੁੱਕ ਨੂੰ ਛਾਪਦੇ ਹਾਂ। ਸੋ ਇਹਦਾ ਮਤਲਬ ਇਹ ਹੈ ਕਿ ਟੈਕਸਟ ਬੁੱਕ ਜਿਹੜੀ ਹੈਗੀ ਹੈ ਈਜ਼ੀ ਟੂ ਪ੍ਰਿਪੇਅਰ ਨਹੀਂ ਹੈ। ਸੋ ਆਪਸ਼ਨ ਨੰਬਰ ਏ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਪਰਪਸ ਆਫ ਲੈਂਗੁਏਜ ਇਵੈਲੂਏਸ਼ਨ ਇਨਕਲੂਡਸ। ਤੁਹਾਨੂੰ ਕੀ ਲੱਗਦਾ ਆ ਕਿ ਪਰਪਸ ਕੀ ਹੈ ਲੈਂਗੁਏਜ ਇਵੈਲੂਏਸ਼ਨ ਦਾ? ਫੀਡਬੈਕ ਹੈ, ਮੋਨੀਟਰਿੰਗ ਹੈ, ਪ੍ਰੋਗਰਾਮ ਆਊਟਕਮਸ ਹੈ, ਜਾਂ ਫਿਰ ਆਲ ਆਫ ਦ ਅਬਵ। ਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੋਏਗਾ ਜੀ ਲੈਂਗੁਏਜ ਇਵੈਲੂਏਸ਼ਨ ਜਦੋਂ ਆਪਾਂ ਕਰਦੇ ਹਾਂ, ਬੱਚਿਆਂ ਦਾ ਮੁਲਾਂਕਣ ਕਰ ਰਹੇ ਹਾਂ। ਸੋ ਇੱਥੇ ਜਿਹੜਾ ਭਾਸ਼ਾ ਦਾ ਆਪਾਂ ਗੱਲ ਕਰ ਰਹੇ ਹਾਂ ਇਹਦੇ ਵਿੱਚ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ। ਇਹਦੇ ਵਿੱਚ ਆਪਾਂ ਮੋਨੀਟਰਿੰਗ ਕਰਦੇ ਹਾਂ, ਫੀਡਬੈਕ ਵੀ ਦਿੰਦੇ ਹਾਂ, ਪ੍ਰੋਗਰਾਮ ਆਊਟਕਮ। ਸੋ ਆਪਸ਼ਨ ਨੰਬਰ ਡੀ ਜਵਾਬ ਤੁਸੀਂ ਲਗਾ ਸਕਦੇ ਹੋ ਟਿਕ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ। ਰਿਸੈਪਟਿਵ ਸਕਿੱਲ ਦੀ ਗੱਲ ਕੀਤੀ ਜਾ ਰਹੀ ਹੈ ਕਿ ਭਾਸ਼ਾ ਦੇ ਵਿੱਚ ਜਿਹੜੀਆਂ ਰਿਸੈਪਟਿਵ ਸਕਿੱਲ ਹੁੰਦੀਆਂ ਨੇ, ਇੱਕ ਪ੍ਰੋਡਕਟਿਵ ਸਕਿੱਲ ਹੁੰਦੀਆਂ ਨੇ। ਕੀ ਹੁੰਦੀਆਂ ਨੇ ਜੀ? ਇੱਕ ਹੁੰਦੀਆਂ ਨੇ ਜੀ ਪ੍ਰੋਡਕਟਿਵ ਸਕਿੱਲ। ਪ੍ਰੋਡਕਟਿਵ ਸਕਿੱਲ ਤੁਸੀਂ ਕਮੈਂਟ ਕਰ ਦਿਓ, ਇਹ ਤੁਹਾਡਾ ਹੋਮਵਰਕ ਹੈਗਾ ਜੀ। ਪ੍ਰੋਡਕਟਿਵ ਸਕਿੱਲ ਬਾਰੇ ਕਮੈਂਟ ਕਰ ਦਿਓ। ਰਿਸੈਪਟਿਵ ਸਕਿੱਲ ਦੀ ਗੱਲ ਮੈਂ ਸਮਝਾਊਂਗਾ ਕਿ ਹੈ ਕਿਹੜੀਆਂ। ਲਿਸਨਿੰਗ ਐਂਡ ਸਪੀਕਿੰਗ, ਸਪੀਕਿੰਗ ਐਂਡ ਰੀਡਿੰਗ, ਲਿਸਨਿੰਗ ਐਂਡ ਰਾਈਟਿੰਗ, ਰੀਡਿੰਗ ਐਂਡ ਲਿਸਨਿੰਗ। ਸੋ ਦੇਖੋ, ਜਿਹਦੇ ਵਿੱਚ ਤੁਸੀਂ ਕੋਈ ਨਵੀਂ ਚੀਜ਼ ਪ੍ਰੋਡਿਊਸ ਨਹੀਂ ਕਰ ਰਹੇ, ਐਜ਼ ਇਟ ਇਜ਼ ਚੀਜ਼ਾਂ ਨੂੰ ਤੁਸੀਂ ਪੇਸ਼ ਕਰ ਰਹੇ ਹੋ, ਉਹਨੂੰ ਤੁਸੀਂ ਕਹਿੰਦੇ ਹੋ ਜੀ ਰਿਸੈਪਟਿਵ ਲੈਂਗੁਏਜ ਸਕਿੱਲ। ਸੋ ਵੇਖੋ, ਰੀਡਿੰਗ ਜਦੋਂ ਤੁਸੀਂ ਕਰ ਰਹੇ ਹੋ ਤੇ ਮੈਂ ਜਿਹੜੀ ਚੀਜ਼ ਸਾਹਮਣੇ ਪਈ ਹੈ ਮੈਂ ਸਿੰਪਲੀ ਰੀਡ ਕਰਤਾ ਤੇ ਇਹ ਕੀ ਹੈ ਜੀ? ਇਹ ਰਿਸੈਪਟਿਵ ਸਕਿੱਲ ਹੈ। ਤੇ ਇਹਨੂੰ ਪਾਸਿਵ ਸਕਿੱਲ ਵੀ ਕਹਿ ਸਕਦੇ ਹੋ। ਇਸ ਤੋਂ ਬਾਅਦ ਦੇਖੋ ਕਿ ਜਿਹੜੀ ਲਿਸਨਿੰਗ ਹੈ, ਲਿਸਨਿੰਗ ਦੇ ਵਿੱਚ ਵੀ ਤੁਸੀਂ ਕੋਈ ਨਵੀਂ ਚੀਜ਼ ਨਹੀਂ ਪ੍ਰੋਡਿਊਸ ਕਰ ਰਹੇ। ਸੋ ਲਿਸਨਿੰਗ ਤੇ ਰੀਡਿੰਗ ਇਹ ਦੋਨੋਂ ਹੀ ਰਿਸੈਪਟਿਵ ਸਕਿੱਲ ਨੇ ਜਾਂ ਫਿਰ ਪੈਸਿਵ ਸਕਿੱਲ ਨੇ। एक्टिव स्किल या फिर प्रोडक्टिव स्किल किहड़ियां ने इहदे बारे कमेंट कर दिओ एंड ऑप्शन नंबर डी जवाब नूं टिक लगा दिओ। ऑप्शन नंबर डी जवाब इज़ द राइट आंसर।
ਅੱਗੇ ਵੇਖੋ ਕੁਐਸਚਨ ਪੁੱਛਿਆ ਜਾ ਰਿਹਾ ਕਿ ਆਰਗਨਸ ਆਫ ਸਪੀਚ ਡੂ ਨਾਟ ਇਨਕਲੂਡ। ਕੁਝ ਆਪਣੇ ਨਾ ਬੋਡੀ ਦੇ ਵਿੱਚ ਆਰਗਨਸ ਆਫ ਸਪੀਚ ਹੁੰਦੀਆਂ ਨੇ ਜਿਨ੍ਹਾਂ ਦੀ ਮਦਦ ਨਾਲ ਹੀ ਆਪਾਂ ਬੋਲਦੇ ਹਾਂ। ਸਪੀਚ ਸਾਊਂਡ ਜੋ ਕੁਝ ਵੀ ਆਪਾਂ ਬੋਲ ਪਾ ਰਹੇ ਹਾਂ, ਆਪਣੇ ਟੰਗ ਹੋ ਗਏ, ਲਿਪਸ ਹੋ ਗਈ, ਫੈਰਨੈਕਸ, ਲਰਨੈਕਸ, ਚਲੋ ਮੈਂ ਦੋ ਤਾਂ ਦੱਸ ਹੀ ਦਿੱਤੇ ਵੀ ਹੋ ਹੀ ਨਹੀਂ ਸਕਦੇ, ਮਤਲਬ ਇਹਨਾਂ ਦੀ ਆਪਾਂ ਵਰਤੋਂ ਕਰਦੇ ਹਾਂ ਬੋਲਣ ਲੱਗਿਆਂ। ਤੇ ਇਹੋ ਜਿਹੀ ਕਿਹੜੀ ਚੀਜ਼ ਹੈਗੀ ਆ ਜਿਨ੍ਹਾਂ ਦੀ ਤੁਸੀਂ ਵਰਤੋਂ ਨਹੀਂ ਕਰਦੇ? ਕੀ ਉਹ ਤੀਤ ਹੈ, ਫੈਰਨੈਕਸ, ਲਰਨੈਕਸ ਜਾਂ ਫਿਰ ਆਇਰਿਸ? ਸਹੀ ਜਵਾਬ ਬਣੇਗਾ ਜੀ ਆਇਰਿਸ। ਆਇਰਿਸ ਜਿਹੜੀਆਂ ਅੱਖਾਂ ਦੇ ਵਿੱਚ ਹੁੰਦੀਆਂ ਨੇ ਉਹਨਾਂ ਦੀ ਗੱਲ ਕੀਤੀ ਜਾ ਰਹੀ ਹੈ ਵੀ ਆਪਾਂ ਉਹਦੀ ਵਰਤੋਂ ਤਾਂ ਕਰਦੇ ਨਹੀਂ। ਸੋ ਆਪਸ਼ਨ ਨੰਬਰ ਬੀ ਜਵਾਬ ਤੁਹਾਡਾ ਸਹੀ ਹੋਏਗਾ। ਬਾਕੀ ਤੀਤ, ਫੈਰਨੈਕਸ, ਲਰਨੈਕਸ ਇਹ ਤਿੰਨੇ ਦੇਖ ਵੀ ਸਕਦੇ ਹੋ। ਇੱਕ ਡਾਇਗਰਾਮ ਜਿਹੜੀ ਮੈਂ ਐਡ ਕੀਤੀ ਹੋਈ ਆ ਇਹਦੇ ਵਿੱਚ ਆਹ ਦੋ ਟਰਮਸ ਤੁਸੀਂ ਦੇਖ ਹੀ ਸਕਦੇ ਹੋ। ਐਂਡ ਇੱਥੇ ਚਲੋ ਤੀਤ ਤਾਂ ਨਹੀਂ ਦਿੱਤਾ ਹੋਇਆ ਬਟ ਇਹ ਜਿਹੜੀਆਂ ਦੋਨੋਂ ਟਰਮਸ ਨੇ ਤੁਸੀਂ ਇੱਥੇ ਦੇਖ ਸਕਦੇ ਹੋ। ਸੋ ਅੱਗੇ ਚੱਲਦੇ ਹਾਂ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਜਿਹਦੇ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਰਿਹਾ ਕਿਹੜਾ ਜਵਾਬ ਇੱਥੇ ਗਲਤ ਹੈਗਾ ਜੀ। ਤੇ ਇੱਥੇ ਵੇਖੋ ਇੰਡੀਆ ਇਜ਼ ਅ ਲਿੰਗੁਇਸਟਿਕਲੀ ਡਾਇਵਰਸ ਕੰਟਰੀ, ਵੀ ਭਾਰਤ ਦੇ ਵਿੱਚ ਭਾਸ਼ਾ ਦੇ ਆਧਾਰ 'ਤੇ ਮਤਲਬ ਕਹਿ ਲਓ ਵੀ ਬਹੁਤ ਸਾਰੀ ਵਿਭਿੰਨਤਾ ਪਾਈ ਜਾਂਦੀ ਆ। ਮਲਟੀ ਲਿੰਗੁਅਲਿਜ਼ਮ ਇਜ਼ ਅ ਬੇਨ, ਕਿ ਭਾਸ਼ਾ ਜਿਹੜੀ ਹੈ ਭਾਸ਼ਾ ਬਹੁ ਭਾਸ਼ਾਵਾਦ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਹ ਇੱਕ ਸ਼ਰਾਪ ਹੈ ਕਾਈਂਡ ਆਫ। ਤੇ ਥਰਡ ਆਪਸ਼ਨ ਵਿੱਚ ਦੱਸਿਆ ਜਾ ਰਿਹਾ ਹਿਊਮਨ ਲੈਂਗੁਏਜ ਇਜ਼ ਅ ਡਾਇਨਾਮਿਕ, ਕਿ ਜਿਹੜੇ ਮਨੁੱਖ ਭਾਸ਼ਾ ਨੂੰ ਬੋਲਦੇ ਆ ਉਹ ਡਾਇਨਾਮਿਕ ਹੈ, ਮਤਲਬ ਚੇਂਜ ਹੁੰਦੀ ਰਹਿੰਦੀ ਆ। ਤੇ ਆਪਸ਼ਨ ਨੰਬਰ ਡੀ 'ਚ ਲਿਖਿਆ ਹੋਇਆ ਨੈਸ਼ਨਲ ਐਜੂਕੇਸ਼ਨ ਪਾਲਿਸੀ ਸਪੋਰਟ 3 ਲੈਂਗੁਏਜ ਫਾਰਮੂਲਾ, ਕਿ NEP 3 ਭਾਸ਼ਾ ਦਾ ਫਾਰਮੂਲਾ ਸਪੋਰਟ ਕਰਦੀ ਹੈ। ਸੋ ਸਹੀ ਜਵਾਬ ਤੁਸੀਂ ਦੱਸਣਾ ਹੈ ਵੀ ਇਹਨਾਂ ਵਿੱਚੋਂ ਗਲਤ ਕਿਹੜਾ ਆ। ਸੋ ਦੇਖੋ ਭਾਰਤ ਬਿਲਕੁਲ ਇਹਦੇ ਵਿੱਚ ਭਾਰਤ ਦੇ ਵਿੱਚ ਬਹੁਤ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ, ਵੀ ਇਹਦੇ ਕਰਕੇ ਤਾਂ ਵਿਭਿੰਨਤਾ ਵਾਲਾ ਦੇਸ਼ ਤਾਂ ਹੈਗਾ ਆ, ਇਹ ਗੱਲ ਠੀਕ ਹੈ। ਆਪਸ਼ਨ ਨੰਬਰ ਸੀ ਵੀ ਜਵਾਬ ਸਹੀ ਹੈਗਾ ਕਿ ਭਾਸ਼ਾ ਜਿਹੜੀ ਹੈਗੀ ਆ ਮਨੁੱਖੀ ਭਾਸ਼ਾ ਉਹ ਬਦਲਦੀ ਰਹਿੰਦੀ ਆ। ਅੱਜ ਆਪਾਂ ਜਿਹੜੇ ਵਰਡਸ ਬੋਲ ਰਹੇ ਹਾਂ ਹੋ ਸਕਦਾ ਫਿਊਚਰ ਵਿੱਚ ਉਹਨਾਂ ਵਰਡਸ ਦੇ ਵਿੱਚ ਥੋੜ੍ਹੀ ਬਹੁਤੀ ਤਬਦੀਲੀ ਆ ਜਾਵੇ। NEP ਦੇ ਵਿੱਚ 3 ਲੈਂਗੁਏਜ ਫਾਰਮੂਲਾ ਦੀ ਗੱਲ ਕੀਤੀ ਜਾਂਦੀ ਆ, ਬਟ ਜਿਹੜੀ ਬਹੁ ਭਾਸ਼ਾਵਾਦ ਹੈ ਤੁਹਾਨੂੰ ਲੱਗਦਾ ਵੀ ਇਹ ਕੋਈ ਸ਼ਰਾਪ ਹੈ ਜਾਂ ਫਿਰ ਆਪਣੇ ਦੇਸ਼ ਦੇ ਵਿੱਚ ਰੋੜਾ ਹੈਗਾ ਕਾਮਯਾਬੀ ਦੇ ਵਿੱਚ? ਬਿਲਕੁਲ ਨਹੀਂ। ਸੋ ਆਪਸ਼ਨ ਨੰਬਰ ਬੀ ਜਵਾਬ ਨੂੰ ਤੁਸੀਂ ਲਗਾ ਦੋਗੇ ਟਿਕ, ਕਿਉਂਕਿ ਇਹਨਾਂ ਨੇ ਪੁੱਛਿਆ ਸੀਗਾ ਇਨਕਰੈਕਟ ਕੀ ਹੈ। ਆਪਸ਼ਨ ਨੰਬਰ ਬੀ ਜਵਾਬ ਨੂੰ ਟਿਕ ਕਰਨ ਤੋਂ ਬਾਅਦ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਪ੍ਰਸ਼ਨ ਹੈਗਾ ਜੀ ਦ ਬਿਗੇਸਟ ਚੈਲੰਜ ਆਫ ਟੀਚਿੰਗ ਆਫ ਇੰਗਲਿਸ਼ ਲੈਂਗੁਏਜ ਇਫੈਕਟਿਵਲੀ ਇਜ਼। ਤੁਹਾਨੂੰ ਕੀ ਲੱਗਦਾ ਵੀ ਅੰਗਰੇਜ਼ੀ ਪੜ੍ਹਾਉਣ ਨੂੰ ਲੈ ਕੇ ਸਭ ਤੋਂ ਵੱਡੀ ਚੁਣੌਤੀ ਕਿਹੜੀ ਹੈ? ਪੂਅਰ ਸਕੂਲ ਇਨਫਰਾਸਟ੍ਰਕਚਰ, ਕਿ ਆਪਣੇ ਸਕੂਲ ਦੇ ਵਿੱਚ ਜਿਹੜਾ ਇਨਫਰਾਸਟ੍ਰਕਚਰ ਹੈਗਾ ਜੀ ਉਹ ਬਹੁਤ ਬੇਕਾਰ ਹੈ। ਆਪਸ਼ਨ ਨੰਬਰ ਬੀ 'ਚ ਲਿਖਿਆ ਹੋਇਆ ਲੈਕ ਆਫ ਗੁੱਡ ਇੰਸਟਰਕਸ਼ਨਲ ਮਟੀਰੀਅਲ, ਕਿ ਆਪਣੇ ਦੇਸ਼ ਦੇ ਵਿੱਚ ਜਾਂ ਫਿਰ ਆਪਣੇ ਕੋਲ ਇੰਸਟਰਕਸ਼ਨਲ ਮਟੀਰੀਅਲ ਹੀ ਹੈ ਨਹੀਂਗਾ ਪ੍ਰੋਪਰ। ਤੇ ਆਪਸ਼ਨ ਨੰਬਰ ਸੀ 'ਚ ਲਿਖਿਆ ਹੋਇਆ ਇਨਐਪਰੋਪਰੀਏਟ ਅਸੈਸਮੈਂਟ, ਜਿਹੜਾ ਬੱਚਿਆਂ ਦਾ ਆਪਾਂ ਮੁਲਾਂਕਣ ਵਗੈਰਾ ਕਰਦੇ ਹਾਂ, ਟੈਸਟ ਲੈ ਰਹੇ ਹਾਂ, ਉਹ ਆਪਣੇ ਕੋਲ ਹੈ ਨਹੀਂਗਾ, ਸਹੀ ਨਹੀਂ ਹੈ। ਜਾਂ ਫਿਰ ਆਪਸ਼ਨ ਨੰਬਰ ਡੀ ਲੈਕ ਆਫ ਵੈਲ ਟ੍ਰੇਨਡ ਟੀਚਰਸ। ਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਬਣੇਗਾ ਜੀ ਉਹ ਕੀ ਬਣੇਗਾ ਕਿ ਲੈਕ ਆਫ ਵੈਲ ਟ੍ਰੇਨਡ ਟੀਚਰਸ, ਕਿ ਆਪਣੇ ਕੋਲ ਜਿਹੜੇ ਪ੍ਰੋਪਰ ਟੀਚਰਸ ਵਗੈਰਾ ਨੇ ਜੀ ਉਹ ਆਪਣੇ ਕੋਲ ਵੈਲ ਟ੍ਰੇਨਡ ਨਹੀਂ ਹੈਗੇ। ਸੋ ਇਹ ਜਵਾਬ ਸਹੀ ਹੋਊਗਾ। ਬਾਕੀ 3 ਦੇ ਆਪਸ਼ਨ ਆ ਜਿਹੜੀਆਂ ਹੋਣਗੀਆਂ ਜੀ ਕਹਿ ਲਓ ਕਿ ਇਹ ਸਾਰੇ ਚੈਲੰਜਸ ਨਹੀਂ ਹੈਗੇ ਅੰਗਰੇਜ਼ੀ ਪੜ੍ਹਾਉਣ ਨੂੰ ਲੈ ਕੇ। ਆਪਸ਼ਨ ਨੰਬਰ ਡੀ ਜਵਾਬ ਨੂੰ ਕਰ ਦਿਓ ਟਿਕ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ। ਇਹ ਕੁਐਸਚਨ ਰਿਪੀਟ ਹੋ ਗਿਆ ਬਟ ਚਲੋ ਫਿਰ ਵੀ ਦੱਸ ਦਿਓ। ਟੈਕਸਟ ਬੁੱਕ ਕੀ ਹੈ ਜੀ ਈਜ਼ੀ ਟੂ ਪ੍ਰੀਪੇਅਰ ਨਹੀਂ ਹੈ। ਟੈਕਸਟ ਬੁੱਕ ਇਜ਼ ਨਾਟ ਈਜ਼ੀ ਟੂ ਪ੍ਰੀਪੇਅਰ। ਆਪਸ਼ਨ ਨੰਬਰ ਏ ਜਵਾਬ ਸਹੀ ਹੋਊਗਾ। ਅੱਗੇ ਪ੍ਰਸ਼ਨ ਦੇਖੋ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਕੰਪੋਨੈਂਟ ਆਫ ਮਲਟੀਮੀਡੀਆ। ਮਲਟੀਮੀਡੀਆ ਕੀ ਹੁੰਦਾ ਆ ਜੀ? ਜਿਵੇਂ ਕਿ ਤੁਸੀਂ ਸਕਰੀਨ ਨੂੰ ਦੇਖ ਪਾ ਰਹੇ ਹੋ, ਸਕਰੀਨ ਦੇ ਵਿੱਚ ਕੁਝ ਫੋਟੋਜ਼ ਆ ਵੇਖ ਰਹੀਆਂ ਨਾ, ਫੋਟੋ ਹੋਈ ਵੀ, ਤੇ ਇਹ ਫੋਟੋ ਨੂੰ ਵੀ ਦੇਖ ਪਾ ਰਹੇ ਹੋ ਤੁਸੀਂ। ਜਿਹੜੀ ਮੇਰੀ ਆਵਾਜ਼ ਹੈਗੀ ਹੈ ਤੁਸੀਂ ਉਹਨੂੰ ਵੀ ਸੁਣ ਪਾ ਰਹੇ ਹੋ। ਗ੍ਰਾਫਿਕਸ ਜਿਵੇਂ ਕੋਈ ਉੱਥੇ ਐਨੀਮੇਸ਼ਨ ਐਡ ਕਰਦਾ ਉਹਨੂੰ ਗ੍ਰਾਫਿਕ ਕਹਿ ਦਿਓ, ਹੈ ਨਾ। ਤੇ ਟੈਕਸਟ ਜਿਹੜਾ ਹੈਗਾ ਜੀ ਇਹ ਲਿਖਿਆ ਹੋਇਆ ਟੈਕਸਟ ਹੀ ਤਾਂ ਹੈਗਾ ਆ, ਬਟ ਗ੍ਰਾਫਿਕ, ਸਾਊਂਡ ਐਂਡ ਟੈਕਸਟ ਇਹ ਤਿੰਨੇ ਪਾਰਟ ਨੇ ਜੀ। ਸਹੀ ਜਵਾਬ ਦੇ ਦਿਓ ਤੁਸੀਂ ਪਹਿਲਾਂ, ਫਿਰ ਮੈਂ ਦੱਸਦਾ ਹਾਂ ਕਿ ਇਹ ਤਿੰਨੇ ਹੈਗੇ ਨੇ ਜੀ ਮਲਟੀਮੀਡੀਆ। ਬਟ ਆਬਜੈਕਟ ਕੀ ਹੈ ਜੀ? ਇਹ ਕੋਈ ਮਲਟੀਮੀਡੀਆ ਨਹੀਂ ਆ। ਆਪਸ਼ਨ ਨੰਬਰ ਬੀ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ। ਐਕਟਿਵ ਲਿਸਨਿੰਗ ਦੀ ਗੱਲ ਕੀਤੀ ਜਾ ਰਹੀ ਆ ਕਿ ਕਿਹੜਾ ਜਿਹੜਾ ਵਰਡ ਹੈਗਾ ਜੀ ਨਾਟ ਐਸੋਸੀਏਟਡ ਵਿਦ ਐਕਟਿਵ ਲਿਸਨਿੰਗ। ਸੋ ਦੱਸੋ ਕੀ ਜਵਾਬ ਸਹੀ ਹੋਏਗਾ? ਕੀ ਇਹ ਰਿਪੀਟਿੰਗ ਹੈ, ਪੈਰਾਫਰੇਜ਼ਿੰਗ ਹੈ, ਰਿਫਲੈਕਟਿੰਗ ਹੈ ਜਾਂ ਫਿਰ ਰਿਵਰਸਿੰਗ ਹੈ? ਸਹੀ ਜਵਾਬ ਦੀ ਗੱਲ ਕਰਦੇ ਹਾਂ ਕਿ ਜਿਹੜੀ ਚੀਜ਼ ਹੈਗੀ ਹੈ ਐਕਟਿਵ ਲਿਸਨਿੰਗ ਦਾ ਪਾਰਟ ਨਹੀਂ ਹੈ, ਸੋ ਉਹ ਹੈ ਜੀ ਰਿਵਰਸਿੰਗ। ਰਿਪੀਟਿੰਗ, ਰਿਫਲੈਕਟਿੰਗ ਐਂਡ ਪੈਰਾਫਰੇਜ਼ਿੰਗ। ਵੈਸੇ ਇਹ ਜਿਹੜਾ ਵਰਡ ਹੈ ਨਾ ਪੈਰਾਫਰੇਜ਼ਿੰਗ, ਇਸ ਵਰਡ ਨੂੰ ਤੁਸੀਂ ਐਕਸਪਲੇਨ ਕਰੋ, ਕਿਉਂਕਿ ਮੈਂ ਥਿਊਰੀ ਵਾਲੀ ਕਲਾਸ ਵਿੱਚ ਐਕਸਪਲੇਨ ਕੀਤਾ ਸੀਗਾ। ਗੂਗਲ ਕਰੋ, ਜਿਵੇਂ ਮਰਜ਼ੀ ਕਰੋ, ਵੀਡੀਓ ਦੇਖੋ, ਬਟ ਇਹਦੇ ਬਾਰੇ ਤੁਸੀਂ ਕਮੈਂਟ ਸੈਕਸ਼ਨ ਵਿੱਚ ਦੱਸੋ ਵੀ ਇਹ ਕੀ ਹੁੰਦਾ ਆ। ਆਪਸ਼ਨ ਨੰਬਰ ਸੀ ਜਵਾਬ ਤੁਹਾਡਾ ਸਹੀ ਹੋਏਗਾ ਜੀ। ਆਪਸ਼ਨ ਨੰਬਰ ਸੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਇਨ ਅ ਡਾਇਵਰਸ ਕਲਾਸਰੂਮ, ਡਾਇਵਰਸ ਕਲਾਸਰੂਮ ਦੇ ਵਿੱਚ ਬੈਸਟ ਸਟ੍ਰੈਟਜੀ ਟੂ ਇਫੈਕਟਿਵਲੀ ਟੀਚ ਲੈਂਗੁਏਜ ਇਜ਼, ਕਿ ਕਲਾਸ ਦੇ ਵਿੱਚ ਹੋ ਸਕਦਾ ਵੱਖ-ਵੱਖ ਧਰਮਾਂ ਦੇ ਬੱਚੇ, ਵੱਖ-ਵੱਖ ਕਾਸਟ ਦੇ ਬੱਚੇ, ਅਲੱਗ-ਅਲੱਗ ਬੈਕਗਰਾਊਂਡ ਤੋਂ ਆਉਣ ਵਾਲੇ ਬੱਚੇ ਬੈਠੇ ਆ, ਤੇ ਤੁਹਾਨੂੰ ਕੀ ਲੱਗਦਾ ਕਿ ਤੁਹਾਨੂੰ ਅੰਗਰੇਜ਼ੀ ਪੜ੍ਹਾਉਣੀ ਚਾਹੀਦੀ ਆ? ਉਹਦਾ ਬੈਸਟ ਤਰੀਕਾ ਕੀ ਹੈ? ਰਿਵਾਰਡਿੰਗ ਦਾ ਬੈਸਟ ਲਰਨਰ ਇਨ ਦਾ ਕਲਾਸ, ਕਿ ਜਿਹੜੇ ਬੱਚੇ ਵਧੀਆ ਪੜ੍ਹਨਗੇ ਉਹਨਾਂ ਨੂੰ ਤੁਸੀਂ ਕੋਈ ਇਨਾਮ ਦਿਓ, ਜਾਂ ਫਿਰ ਅਸਾਈਨਿੰਗ ਡੇਲੀ ਪ੍ਰੈਕਟਿਸ ਵਰਕ ਫॉर ਹੋਮ, ਕਿ ਘਰ ਦੇ ਲਈ ਹਮੇਸ਼ਾ ਕੰਮ ਦਿਓ ਬੱਚਿਆਂ ਨੂੰ। ਅੰਡਰਸਟੈਂਡਿੰਗ ਨੀਡ ਆਫ ਲਰਨਰਸ ਐਂਡ ਅਕੋਰਡਿੰਗਲੀ ਕਸਟਮਾਈਜ਼ਿੰਗ ਟੀਚਿੰਗ, ਕਿ ਬੱਚਿਆਂ ਦੀਆਂ ਜ਼ਰੂਰਤਾਂ ਦੇ ਹਿਸਾਬ ਦੇ ਨਾਲ ਤੁਸੀਂ ਕਰਨਾ ਕੀ ਹੈ ਕਿ ਬੱਚਿਆਂ ਦੀਆਂ ਜ਼ਰੂਰਤਾਂ ਦੇ ਹਿਸਾਬ ਦੇ ਨਾਲ ਤੁਸੀਂ ਟੀਚਿੰਗ ਦੇ ਵਿੱਚ ਤਬਦੀਲੀ ਲੈ ਕੇ ਆਉਣੀ ਹੈ। ਤੇ ਆਪਸ਼ਨ ਨੰਬਰ ਡੀ 'ਚ ਲਿਖਿਆ ਹੋਇਆ
ਟੇਕਿੰਗ ਲਰਨਰਸ ਟੂ ਦਾ ਲੈਂਗੁਏਜ ਲੈਬੋਰਟਰੀ ਐਟਲੀਸਟ ਵਨਸ ਅ ਵੀਕ, ਕਿ ਲੈਂਗੁਏਜ ਲੈਬੋਰਟਰੀ ਦੇ ਵਿੱਚ ਤੁਸੀਂ ਹਫਤੇ ਵਿੱਚ ਇੱਕ ਵਾਰ ਬੱਚਿਆਂ ਨੂੰ ਲੈ ਕੇ ਜਾਣਾ ਆ। ਸੋ ਬੈਸਟ ਸਟ੍ਰੈਟਜੀ ਜਿਹੜੀ ਹੋਊਗੀ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਉਹ ਹੋਊਗੀ ਜੀ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬੱਚਿਆਂ ਨੂੰ ਪੜ੍ਹਾਉਣਾ। ਆਪਸ਼ਨ ਨੰਬਰ ਸੀ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ, ਕਿ ਡਾਈਵਰਸ ਕਲਾਸਰੂਮ ਦੇ ਵਿੱਚ ਜਿਹੜੀ ਬੈਸਟ ਸਟ੍ਰੈਟਜੀ ਹੈਗੀ ਹੈ ਅੰਡਰਸਟੈਂਡਿੰਗ ਨੀਡਸ ਆਫ ਲਰਨਰਸ ਐਂਡ ਅਕੋਰਡਿੰਗਲੀ ਕਸਟਮਾਈਜ਼ਿੰਗ ਟੀਚਿੰਗ। ਸੋ ਆਪਸ਼ਨ ਨੰਬਰ ਸੀ ਜਵਾਬ ਨੂੰ ਲਗਾ ਦਿਓ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਰਿਮੀਡੀਅਲ ਟੀਚਿੰਗ ਦੀ ਗੱਲ ਪੁੱਛੀ ਜਾ ਰਹੀ ਹੈ। ਦ ਪਰਪਸ ਆਫ ਰਿਮੀਡੀਅਲ ਟੀਚਿੰਗ ਇਜ਼ ਟੂ ਆਇਡੈਂਟੀਫਾਈ ਵੀਕ ਲਰਨਰਸ ਇਨ ਦਾ ਕਲਾਸ ਔਰ ਗਰੁੱਪ, ਕਿ ਆਪਾਂ ਬੱਚਿਆਂ ਨੂੰ ਕਰਨਾ ਕੀ ਹੈ, ਜਿਹੜੇ ਵੀਕ ਬੱਚੇ ਹੈਗੇ ਆ ਉਹਨਾਂ ਨੂੰ ਆਪਾਂ ਆਇਡੈਂਟੀਫਾਈ ਕਰਨਾ ਆ। ਜਾਂ ਫਿਰ ਆਪਸ਼ਨ ਨੰਬਰ ਬੀ ਟੂ ਕਲਾਸੀਫਾਈ ਲਰਨਰਸ ਇਨਟੂ ਵੇਰੀਅਸ ਗਰੁੱਪਸ ਔਨ ਦ ਬੇਸਿਸ ਆਫ ਐਬਿਲਿਟੀ, ਕਿ ਜਿਹੜੇ ਅਲੱਗ ਆਪਣੀ ਕਲਾਸ ਵਿੱਚ ਜਿਹੜੇ ਲਰਨਰਸ ਹੈਗੇ ਆ ਉਹਨਾਂ ਨੂੰ ਆਪਾਂ ਦੇਖਣਾ ਆ ਕਲਾਸੀਫਾਈ ਲਰਨਰਸ ਇਨਟੂ ਵੇਰੀਅਸ ਗਰੁੱਪਸ ਔਨ ਬੇਸਿਸ ਆਫ ਐਬਿਲਿਟੀ, ਉਹਨਾਂ ਦੀ ਯੋਗਤਾ ਦੇ ਹਿਸਾਬ ਦੇ ਨਾਲ ਆਪਾਂ ਬੱਚਿਆਂ ਨੂੰ ਅਲੱਗ-ਅਲੱਗ ਕਰ ਦਾਂਗੇ। ਜਾਂ ਫਿਰ ਆਪਸ਼ਨ ਨੰਬਰ ਸੀ ਕਿ ਆਪਾਂ ਬੱਚਿਆਂ ਨੂੰ ਪ੍ਰੋਵਾਈਡ ਸਪੋਰਟ, ਕਿ ਬੱਚਿਆਂ ਨੂੰ ਆਪਾਂ ਸਪੋਰਟ ਪ੍ਰੋਵਾਈਡ ਕਰਨਾ ਆ ਜਿਨ੍ਹਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ ਪੜ੍ਹਨ ਦੇ ਵਿੱਚ ਜਾਂ ਫਿਰ ਕਿਸੇ ਟੌਪਿਕ ਦੇ ਵਿੱਚ। ਜਾਂ ਫਿਰ ਆਪਸ਼ਨ ਨੰਬਰ ਡੀ ਕਿ ਟੂ ਇੰਪਰੂਵ ਦ ਅਕੈਡਮਿਕ ਰਿਕਾਰਡ ਆਫ ਦ ਇੰਸਟ੍ਰਕਟਰ, ਕਿ ਆਪਾਂ ਅਕੈਡਮਿਕ ਰਿਕਾਰਡ ਤੇ ਧਿਆਨ ਦੇਵਾਂਗੇ। ਸੋ ਆਪਸ਼ਨ ਨੰਬਰ ਕਿਹੜਾ ਜਵਾਬ ਸਹੀ ਹੋਊਗਾ? ਰਿਮੀਡੀਅਲ ਟੀਚਿੰਗ ਦੇ ਵਿੱਚ ਨਾ ਆਪਾਂ ਬੱਚਿਆਂ ਨੂੰ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਹੁੰਦੀਆਂ ਨੇ ਉਹਦੇ ਵਿੱਚ ਬੱਚਿਆਂ ਨੂੰ ਸਪੋਰਟ ਪ੍ਰੋਵਾਈਡ ਕਰਨਾ ਹੁੰਦਾ ਆ। ਸੋ ਆਪਸ਼ਨ ਨੰਬਰ ਜੇਕਰ ਸੀ ਨੂੰ ਤੁਸੀਂ ਧਿਆਨ ਨਾਲ ਦੇਖਦੇ ਹੋ ਇਹ ਜਵਾਬ ਤੁਹਾਡਾ ਸਹੀ ਬਣੇਗਾ, ਟੂ ਪ੍ਰੋਵਾਈਡ ਸਪੋਰਟ ਟੂ ਦ ਲਰਨਰਸ ਐਕਸਪੀਰੀਐਂਸਿੰਗ ਡਿਫਿਕਲਟੀਜ਼, ਜਿਹੜੇ ਲਰਨਰਸ ਨੂੰ ਡਿਫਿਕਲਟੀ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦੀ ਹੈਲਪ ਕਰਨਾ। ਸੋ ਆਪਸ਼ਨ ਨੰਬਰ ਸੀ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਜਿਹਦੇ ਵਿੱਚ ਤੁਹਾਡੇ ਤੋਂ ਕੀ ਪੁੱਛਿਆ ਜਾ ਰਿਹਾ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਇਨਕਰੈਕਟ ਅਬਾਊਟ ਲੈਂਗੁਏਜ, ਕਿਹੜੀ ਸਟੇਟਮੈਂਟ ਭਾਸ਼ਾ ਨੂੰ ਲੈ ਕੇ ਗਲਤ ਹੈ ਜੀ? ਲੈਂਗੁਏਜ ਇਜ਼ ਅ ਸਿਸਟਮ ਆਫ ਸਿੰਬਲ, ਕਿ ਭਾਸ਼ਾ ਜਿਹੜੀ ਹੈ ਸਿਸਟਮ ਆਫ ਸਿੰਬਲ ਹੈ। ਇਟ ਇਜ਼ ਅ ਸਪੀਸ਼ੀਜ਼ ਸਪੈਸੀਫਿਕ, ਤੇ ਮਤਲਬ ਕਿ ਅਲੱਗ-ਅਲੱਗ ਸਪੀਸ਼ੀਜ਼ ਅਲੱਗ-ਅਲੱਗ ਭਾਸ਼ਾਵਾਂ ਬੋਲਦੀਆਂ ਨੇ। ਸੋ ਗੱਲ ਠੀਕ ਹੈ। ਸਿੰਬਲ ਆਫ ਲੈਂਗੁਏਜ ਆਰ ਲੌਜੀਕਲ, ਕਿ ਜਿਹੜੇ ਸਿੰਬਲ ਹੁੰਦੇ ਨੇ ਜਿਹੜੇ ਲੈਂਗੁਏਜ ਦੇ ਉਹ ਲੌਜੀਕਲ ਹੁੰਦੇ। ਜਿਵੇਂ ਇੱਥੇ ਆਈ ਲਿਖਿਆ ਹੋਇਆ, ਇਹ ਆਈ ਦਾ ਸਿੰਬਲ ਹੈਗਾ ਤੇ ਮਤਲਬ ਕਿ ਇਹ ਲੌਜੀਕਲ ਹੈ, ਜਾਂ ਫਿਰ ਇਟ ਇਜ਼ ਅਕਵਾਇਰਡ, ਇਹਨੂੰ ਅਕਵਾਇਰ ਕੀਤਾ ਜਾਂਦਾ ਆ। ਸੋ ਇੱਥੇ ਇਨਕਰੈਕਟ ਪੁੱਛਿਆ ਜਾ ਰਿਹਾ। ਲੈਂਗੁਏਜ ਇਜ਼ ਅ ਸਿਸਟਮ ਆਫ ਸਿੰਬਲ, ਇਹ ਸਹੀ ਹੈ। ਇਟ ਇਜ਼ ਅ ਸਪੀਸੀਜ਼ ਸਪੈਸੀਫਿਕ, ਇਹ ਵੀ ਸਹੀ ਹੈ। ਬਟ ਇਟ ਇਜ਼ ਅਕਵਾਇਰਡ, ਇਹ ਵੀ ਸਹੀ ਹੈ। ਇੱਥੇ ਜੇਕਰ ਆਪਾਂ ਇਨਕਰੈਕਟ ਨੂੰ ਕੱਢ ਦਈਏ ਤਾਂ ਪਹਿਲਾ, ਤੀਸਰਾ ਤੇ ਚੌਥਾ ਆਪਸ਼ਨ ਸਹੀ ਹੋਣਾ ਸੀਗਾ, ਬਟ ਇਹਨਾਂ ਨੇ ਇਨਕਰੈਕਟ ਪੁੱਛਿਆ, ਇਸ ਕਰਕੇ ਆਪਸ਼ਨ ਨੰਬਰ ਪਹਿਲਾ ਤੀਸਰਾ ਨਹੀਂ ਹੋਊਗਾ, ਮਤਲਬ ਕਿ ਪਹਿਲਾ, ਦੂਜਾ ਤੇ ਤੀਸਰਾ ਵੈਸੇ ਸਹੀ ਹੋਣਾ ਸੀਗਾ, ਬਟ ਆਪਸ਼ਨ ਨੰਬਰ ਜਿਹੜਾ ਸੀ ਜਵਾਬ ਹੈਗਾ ਜੀ, ਦਾ ਸਿੰਬਲ ਆਫ ਲੈਂਗੁਏਜ ਆਰ ਲੌਜੀਕਲ, ਨਹੀਂ ਹੁੰਦੇ ਲੌਜੀਕਲ। ਜਿਹੜੇ ਸਿੰਬਲ ਹੁੰਦੇ ਆ ਉਹ ਲੌਜੀਕਲ ਨਹੀਂ ਹੁੰਦੇ, ਉਹਨਾਂ ਪਿੱਛੇ ਕੋਈ ਲੌਜੀਕਲ ਨਹੀਂ ਹੁੰਦਾ। ਮਤਲਬ ਕਿ ਜੇ ਤੁਸੀਂ ਕੈਟ ਨੂੰ ਕੈਟ ਕਹਿ ਰਹੇ ਹੋ, ਕੈਟ ਬਿੱਲੀ ਨੂੰ ਕੈਟ ਕਹਿ ਰਹੇ ਹੋ, ਤੇ ਕੈਟ ਕਿਉਂ ਕਹਿ ਰਹੇ ਹੋ? ਮਤਲਬ ਆਪਾਂ ਇੱਕ ਸਿਰਫ ਰਿਪਰੈਜ਼ੈਂਟ ਕਰ ਰਹੇ ਹਾਂ, ਮਤਲਬ ਇਹਦੇ ਪਿੱਛੇ ਕੋਈ ਲੌਜਿਕ ਤਾਂ ਨਹੀਂ ਹੈਗਾ ਨਾ, ਨਹੀਂ। ਸੋ ਆਪਸ਼ਨ ਨੰਬਰ ਸੀ ਜਵਾਬ ਇੱਥੇ ਤੁਹਾਡਾ ਸਹੀ ਬਣਨਾ ਆ। ਅੱਗੇ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਜਿਹੜਾ ਪ੍ਰਸ਼ਨ ਹੈ, ਇਨ ਆਰਡਰ ਟੂ ਲਰਨ ਟੂ ਸਪੀਕ ਇਨ ਦ ਫਰਸਟ ਲੈਂਗੁਏਜ ਦਾ ਮੋਸਟ ਬੇਸਿਕ ਰਿਕੁਆਇਰਮੈਂਟ ਇਜ਼ ਆਰ, ਪਹਿਲੀ ਭਾਸ਼ਾ ਕਿਹੜੀ ਹੁੰਦੀ ਹੈ ਜੀ? ਫਰਸਟ ਜਿਹੜੀ ਭਾਸ਼ਾ ਹੈਗੀ ਆ ਉਹ ਕਿਹੜੀ ਹੈ? ਪੰਜਾਬੀ ਹੈ ਆਪਣੇ ਦਾ। ਪੰਜਾਬੀ ਭਾਸ਼ਾ ਸਿੱਖਣ ਦੇ ਲਈ ਤੁਹਾਨੂੰ ਕੀ ਲੱਗਦਾ ਆ ਸਭ ਤੋਂ ਜ਼ਰੂਰੀ ਕਿਹੜੀ ਚੀਜ਼ ਹੈ? ਛੋਟੇ ਬੱਚਿਆਂ ਨੂੰ ਤੁਸੀਂ ਕੀ ਸਿਖਾਉਂਦੇ ਹੋ? ਮਤਲਬ ਤੁਸੀਂ ਸਿਰਫ ਬੋਲਦੇ ਹੋ, ਮਤਲਬ ਇਹ ਕਿ ਲਿਸਨਿੰਗ, ਰੀਡਿੰਗ, ਰਾਈਟਿੰਗ ਜਾਂ ਫਿਰ ਆਲ ਆਫ ਥੀਸ। ਸੋ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੁੰਦੀ ਹੈ ਪਹਿਲੀ ਭਾਸ਼ਾ ਸਿੱਖਣ ਦੇ ਲਈ ਉਹ ਹੁੰਦੀ ਹੈ ਜੀ ਲਿਸਨਿੰਗ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਜੇਕਰ ਤੁਸੀਂ ਛੋਟੇ ਬੱਚਿਆਂ ਨੂੰ ਸਿਖਾ ਰਹੇ ਹੋ, ਬੋਲੋ ਬੇਟਾ ਪਾਪਾ, ਮੰਮਾ, ਮੰਮ ਪੀਣਾ, ਖੇਡਣ ਜਾਣਾ, ਮਤਲਬ ਨਿੱਕੇ ਨਿੱਕੇ ਵਰਡ ਜਿਹੜੇ ਵੀ ਤੁਸੀਂ ਬੋਲ ਰਹੇ ਹੋ ਉਹ ਪਹਿਲਾਂ ਚੀਜ਼ਾਂ ਨੂੰ ਸੁਣਦਾ ਆ, ਫਿਰ ਸਮਝਦਾ ਆ, ਫਿਰ ਬੋਲਦਾ ਆ। ਸੋ ਆਪਸ਼ਨ ਨੰਬਰ ਏ ਜਵਾਬ ਤੁਹਾਡਾ ਕੀ ਹੋਏਗਾ ਜੀ? ਆਪਸ਼ਨ ਨੰਬਰ ਏ ਜਵਾਬ ਤੁਹਾਡਾ ਬਿਲਕੁਲ ਸਹੀ ਹੋਏਗਾ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। Linguists have identified basic component of language. Which of the following is not one of the components? ਵੀ ਤੁਹਾਨੂੰ ਕੀ ਲੱਗਦਾ ਜਿਹੜੇ ਲਿੰਗੁਇਸਟ ਹੈਗੇ ਨੇ, ਭਾਸ਼ਾਵਾਦੀ ਨੇ, ਜਾਂ ਫਿਰ linguists have identified ਕੁਝ ਬੇਸਿਕ ਕੰਪੋਨੈਂਟਸ ਭਾਸ਼ਾ ਦੇ ਵਿੱਚ ਉਹਨਾਂ ਨੇ ਐਡ ਕੀਤੇ ਹੋਏ ਆ, ਤੇ ਇਹਨਾਂ ਵਿੱਚ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਬੇਸਿਕ ਕੰਪੋਨੈਂਟ ਨਹੀਂ ਹੈਗਾ ਭਾਸ਼ਾ ਦਾ? ਫੋਨੋਲੋਜੀ, ਸਿੰਟੈਕਸ, ਗ੍ਰਾਫੋਲੋਜੀ, ਪ੍ਰੈਗਮੈਟਿਕਸ। ਸੋ ਸਹੀ ਜਵਾਬ ਦੀ ਗੱਲ ਕਰਦੇ ਹਾਂ। ਗ੍ਰਾਫੋਲੋਜੀ ਵੈਸੇ ਪਤਾ ਕਾਦੇ ਨਾਲ ਰਿਲੇਟਡ ਹੈ? ਰਾਈਟਿੰਗ ਨਾਲ ਰਿਲੇਟਡ ਹੈ। ਰਾਈਟਿੰਗ ਨਾਲ ਰਿਲੇਟਡ ਹੈਗਾ ਜੀ ਗ੍ਰਾਫੋਲੋਜੀ। ਸੋ ਰਾਈਟਿੰਗ ਦੇ ਵਿੱਚ ਆਪਾਂ ਕਹਿ ਲਓ ਵੀ ਭਾਸ਼ਾ ਦਾ ਜਿਹੜਾ ਕੰਮ ਹੈਗਾ ਜੀ ਫੋਨੋਲੋਜੀ, ਸਿੰਟੈਕਸ ਤੇ ਪ੍ਰੈਗਮੈਟਿਕਸ ਦਾ ਆ। ਗ੍ਰਾਫੋਲੋਜੀ ਇਸ ਤੋਂ ਰਿਲੇਟਡ ਨਹੀਂ ਹੈ, ਬੇਸਿਕ ਕੰਪੋਨੈਂਟ ਨਹੀਂ ਹੈ ਭਾਸ਼ਾ ਦਾ। ਸੋ ਆਪਸ਼ਨ ਨੰਬਰ ਬੀ ਜਵਾਬ ਨੂੰ ਤੁਸੀਂ ਲਗਾ ਸਕਦੇ ਹੋ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਵੈਨ ਦ ਪਲੇਸ ਆਫ ਆਰਟੀਕੂਲੇਸ਼ਨ ਇਜ਼ ਦ ਬੈਕ ਆਫ ਦ ਟੰਗ ਟੂਵਰਡ ਦ ਸੌਫਟ ਪੈਲੇਟ ਸੱਚ ਕੌਨਸੋਨੈਂਟਸ ਆਰ ਕਲਾਸੀਫਾਈਡ ਐਜ਼। ਸੋ ਇੱਥੇ ਪੁੱਛਿਆ ਜਾ ਰਿਹਾ ਕਿ ਪਲੇਸ ਆਫ ਆਰਟੀਕੂਲੇਸ਼ਨ ਬੋਲਣ ਦੇ ਟਾਈਮ ਜਦੋਂ ਬੈਕ ਆਫ ਦ ਟੰਗ ਟੂਵਰਡ ਦ ਸੌਫਟ ਪੈਲੇਟ, ਇਹੋ ਜਿਹੇ ਕੌਨਸੋਨੈਂਟਸ ਜੋ ਤੁਸੀਂ ਕਹਿੰਦੇ ਕਿਉਂ? ਵੈਸੇ ਤਾਂ ਇਹ ਦੇਖੋ ਟੌਪਿਕ ਹੈਗਾ ਆ, ਲਿੰਗੁਇਸਟ ਦਾ ਟੌਪਿਕ ਹੈ, ਇਹਨੂੰ ਸਮਝਣ ਵਾਲੀਆਂ ਕਾਫੀ ਸਾਰੀਆਂ ਚੀਜ਼ਾਂ ਨੇ, ਬਟ ਇੱਥੇ ਮੈਂ ਤੁਹਾਨੂੰ ਸਿੱਧਾ ਜਵਾਬ ਹੀ ਦੱਸੂਗਾ। ਐਂਡ ਇੱਕ ਜਿਹੜਾ ਸਕਰੀਨਸ਼ਾਟ ਲਿਆ ਹੋਇਆ ਤੁਸੀਂ ਇਹਨੂੰ ਰੀਡ ਕਰ ਲਿਓ। ਵੈਸੇ ਹੋ ਸਕਦਾ ਥੋੜੀ ਬਹੁਤ ਤੁਹਾਡੀ ਅੰਡਰਸਟੈਂਡਿੰਗ ਹੋ ਜਾਵੇ। ਇਹਦਾ ਸਕਰੀਨਸ਼ਾਟ ਲੈਣਾ, ਸਕਰੀਨਸ਼ਾਟ ਲੈ ਲਿਓ, ਇਹਨੂੰ ਤੁਸੀਂ ਰੋਕ ਕੇ ਪੜ੍ਹ ਵੀ ਸਕਦੇ ਹੋ। ਸੋ ਇੱਥੇ ਤੁਸੀਂ ਦੇਖ ਲਿਓ। ਇੱਥੇ ਮੈਂ ਸਹੀ ਜਵਾਬ ਦੀ ਜੇਕਰ ਗੱਲ ਕਰਾਂ ਤਾਂ ਇੱਥੇ ਤੁਹਾਡਾ ਜਿਹੜਾ ਸਹੀ ਜਵਾਬ ਬਣੇਗਾ ਜੀ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ। ਵੈਲਰ ਸਾਊਂਡ ਆਊਗਾ ਇੱਥੇ, ਕੈਟ ਗੇਮ।
सो कोशिश करूँगा यदि मैं ना एक किसी तो वीडियो बनवा दा जिन्हों ने इस फील्ड दे विच ज़्यादा स्टडी की हुई है या फिर MA, वैसे मैं भी बना सकता हाँ बट मैं कोशिश करूँगा किसी तो मैं वीडियो बनवा देवां। सो ऑप्शन नंबर ए जवाब तुहाडा बिल्कुल ही इत्थे सही होगा। ये जवाब नूं तुसीं कर दिओ टिक। चलते हैं जी अगले प्रश्न के उत्ते। अगला जिहड़ा प्रश्न हैगा जी इत्थे तुसीं एक बार स्क्रीनशॉट लै लिओ। इत्थे देख सकते हो, इत्थे पूछा जा रहा विच ऑफ द फॉलोइंग स्टेटमेंट इज़ नॉट करैक्ट अबाउट ग्रामर ट्रांसलेशन मैथड ऑफ टीचिंग लैंग्वेज। कि तुहानूं की लगदा है ग्रामर ट्रांसलेशन मैथड ऑफ टीचिंग दा किहड़ी चीज़ इत्थे गलत लिखी हुई है। ग्रामर ट्रांसलेशन मैथड की मैनूं लगदा भी मैं थ्योरी वाली क्लास भी बनाई हुई है पिछले हफ्ते। सो दसो। एक्यूरेसी इज एम्फेसाइज्ड, ग्रामर इज टॉट डिडक्टिवली, लर्नर्स नेटिव लैंग्वेज इज द मीडियम ऑफ इंस्ट्रक्शन। ऑप्शन नंबर डी स्पीकिंग एंड लिसनिंग आर गिवन मोर इंपॉर्टेंस दैन रीडिंग और राइटिंग। सो ग्रामर ट्रांसलेशन मैथड की गल करते हैं। एक्यूरेसी ते ज़्यादा ध्यान दिता जाता है। एक ट्रडिशनल मैथड भी इनू कहा जाता। ग्रामर जी पढ़ाई जाती है ये डिडक्टिवली पढ़ाई जाती है डिडक्टिवली। तो सी विच लिखा होया कि लैंग्वेज जी लर्नर की नेटिव लैंग्वेज होंगी है वो मीडियम ऑफ इंस्ट्रक्शन होंगी है, जिमें कि वो पंजाबी की आप वरतों करांगे बच्चों को पढ़ाने लग्या। सो ऑप्शन नंबर एक ए बी सी ये तिन्ने है ने जी करैक्टरिस्टिक्स ग्रामर ट्रांसलेशन मैथड के। बट ऑप्शन नंबर डी जवाब लिखा होया कि स्पीकिंग और लिसनिंग ते आपां ज़्यादा ध्यान दिंदे आ, बल्कि ये गल गलत है। लिसनिंग ते नहीं ध्यान देंगे आप इन्हां ते, ना स्पीकिंग ते दिंदे आ। इहदे विच आपां रीडिंग और राइटिंग ते ज़्यादा ध्यान दिंदे आ। ठीक है जी। सो ऑप्शन नंबर डी जवाब सही है, मतलब ये चीज़ गलत लिखी हुई है ग्रामर ट्रांसलेशन मैथड दे विच। अगे वेख लो टैलीग्राफिक स्पीच की गल की जा रही है कि इन द लैंग्वेज एक्वाजिशन प्रोसैस भी जो बच्चा भाषा एक्वायर करता है। सो टैलीग्राफिक स्पीच होंदी की है, इनू बैबलिंग भी कहने हो या फिर इट करैक्टराइज्ड बाय स्ट्रिंग्स ऑफ वर्ड्स इन फ्रेज और सेंटेंसेस। कि स्ट्रिंग्स ऑफ वर्ड्स इन फ्रेजेस और सेंटेंसेस। सो ये गुण है या फिर ऑप्शन नंबर सी इज़ वैन द चाइल्ड मेक्स अटरेंस रैपिडली या फिर ऑप्शन नंबर डी अकर्स अराउंड 6 मंथ ऑफ एज। कि 6 महीनों के बच्चों की उम्र के विच तुहानूं वेखण नूं मिलदी है। सही जवाब की गल करूँगा ऑप्शन नंबर बी जवाब जोड़ा है जी ये तुहाडा सही होगा। इत्थे तुसीं देख सकते हो टैलीग्राफिक स्पीच इनवॉल्व्स यूजिंग सिंपल फ्रेजिज दैट ऑफन ऑमिट नॉन एसेंशियल वर्ड्स जिहड़े हुंदे ने, जिन्हां दा कोई कह लो भी कोई मतलब नहीं हुंदा। ते ये जिहड़े बच्चे हुंदे ने 2 साल के हुंदे ने उन्हां विच तुसीं देख सकते हो। सो ऑप्शन नंबर जोड़ा बी जवाब है जी ये तुहाडा सही होगा। तो चलते हैं अज दे लास्ट प्रश्न के उत्ते। विच ऑफ द फॉलोइंग इज अ कंडीशन डिसऑर्डर प्राइमरली एसोसीएटेड विद डिफिकल्टी इन रीडिंग। कि बच्चों को जेकर रीडिंग में समस्या आ रही है इन्हों तुसीं कहने क्यों डिसलैक्सिया, विजुअल इंपेयरमेंट, अटेंशन डेफिसिट डिसऑर्डर, डिसग्राफिया। सो सही जवाब की गल करते हैं। इत्थे जिहड़ा तुहाडा सही जवाब होगा जी वो की बनेगा जी इत्थे रीडिंग की गल की जा रही है कि जेकर बच्चा नहीं पढ़ पा रहा प्रॉपर तो उन्होंने की हो सकता है। सो वह जिहड़ा सही जवाब होगा जी डिसलैक्सिया। डिसलैक्सिया इज़ द राइट आंसर। डिसलैक्सिया तो तुसीं लगा सकते हो टिक। तो ये अज दा सीगा जी अपना लास्ट प्रश्न। तो तुहाडे दस्सिओ इत्थे 15 विचों किन्ने नंबर बने आ। सॉरी 15 तो नहीं, एक क्वेश्चन रिपीट हो गया। तो 19 विच जरूर दस्सिओ तुहाडे इत्थे नंबर किन्ने बने ने जी। तो सैशन की PDF आपां भेज दांगे टैलीग्राम चैनल पर। अपना टैलीग्राम चैनल ज्वाइन कर लिओ। जेकर वीडियो पसंद आई हो तो वीडियो को कर दिओ लाइक, तो चैनल को कर दिओ सबसक्राइब। थैंक यू सो मच फॉर वॉचिंग। गॉड ब्लैस यू ऑल।